हाँ जी प्यारे साथियों, सत श्री अकाल सारिਆਂ ਨੂੰ। ਤੇ ਅੱਜ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੋਲਿਟਿਕਸ ਦੀ ਕਲਾਸ। ਤੇ ਪੋਲਿਟਿਕਸ ਦੀ ਕਲਾਸ ਦੇ ਵਿੱਚ ਮੈਂ ਇੱਕ ਵਾਰੀ ਦੱਸ ਦੇਵਾਂ ਵੀ ਅੱਜ ਤੋਂ ਪਹਿਲਾਂ ਜਿਹੜਾ ਆਪਾਂ ਕੰਟੈਂਟ ਕਵਰ ਕੀਤਾ ਹੈ ਇੰਡੀਅਨ ਪੋਲਿਟਿਕਸ ਦਾ, ਉਹਦੇ ਵਿੱਚ ਪਹਿਲੀ ਕਲਾਸ ਆਪਾਂ ਲਾਈ ਸੀ ਐਕਟ ਦੀ। ਠੀਕ ਆ, ਇਹ ਐਕਟ ਜਿਵੇਂ ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਸਾਡੀ ਹਿਸਟਰੀ ਕਿੰਨਾ ਤੇ ਟਿਕੀ ਹੋਈ ਆ, ਕਿਹਦੇ ਤੇ ਆਧਾਰਿਤ ਆ, ਕੁਝ ਸਰੋਤਾਂ ਤੇ ਆਧਾਰਿਤ ਆ। ਠੀਕ ਆ, ਸਾਡੇ ਇਤਿਹਾਸਕਾਰਾਂ ਨੂੰ ਕੁਝ ਸਰੋਤ ਮਿਲੇ, ਉਹਨਾਂ ਸਰੋਤਾਂ ਦੇ ਆਧਾਰ ਤੇ ਸਾਡਾ ਇਤਿਹਾਸ ਲਿਖਿਆ ਗਿਆ। ਠੀਕ ਉਸੇ ਤਰ੍ਹਾਂ ਹੀ ਸਾਡੀ ਇੰਡੀਅਨ ਪੋਲਿਟਿਕਸ ਦੇ ਕੁਝ ਸਰੋਤ ਜਾਂ ਜਿਨ੍ਹਾਂ ਸਰੋਤਾਂ ਦੇ ਆਧਾਰ ਤੇ ਹੌਲੀ ਹੌਲੀ ਸਾਡੀ ਸੰਵਿਧਾਨਕ ਸਭਾ ਬਣੀ, ਫਿਰ ਹੌਲੀ ਹੌਲੀ ਸਾਡੇ ਸੰਵਿਧਾਨ ਦਾ ਨਿਰਮਾਣ ਹੋਇਆ। ਉਹ ਐਕਟ ਮੈਂ ਤੁਹਾਨੂੰ ਦੋ ਤਰੀਕੇ ਦੇ ਨਾਲ ਪੜ੍ਹਾਏ ਸੀ। ਠੀਕ ਆ, ਉਹ ਐਕਟ ਤੁਸੀਂ ਜ਼ਰੂਰ, ਜੇ ਹੁਣ ਤੱਕ ਤੁਸੀਂ ਉਹ ਕਲਾਸ ਨਹੀਂ ਦੇਖੀ, ਜ਼ਰੂਰ ਦੇਖ ਕੇ ਆਉਣਾ। ਠੀਕ ਆ, ਉਸ ਤੋਂ ਬਾਅਦ ਆਪਾਂ ਕੀਤਾ ਸੀ ਵੀ ਕਿਹੜੇ ਐਕਟ ਦੇ ਤਹਿਤ ਸਾਡੀ ਸੰਵਿਧਾਨਕ ਸਭਾ ਬਣਦੀ ਆ, ਕਿਹੜੇ ਮਿਸ਼ਨ ਪਲਾਨਾਂ ਤੇ ਕ੍ਰਿਪਸ ਮਿਸ਼ਨ ਆਉਂਦਾ ਵਾ ਉਹ ਫੇਲ ਹੋ ਜਾਂਦਾ ਵਾ। ਠੀਕ ਆ, ਕੈਬਨਿਟ ਮਿਸ਼ਨ ਪਲਾਨਾਂ ਦਾ ਉਹਦੇ ਤਹਿਤ ਸਾਡੀ ਸੰਵਿਧਾਨਕ ਸਭਾ ਬਣਦੀ ਆ। ਠੀਕ ਆ, ਉਸ ਤੋਂ ਬਾਅਦ ਸਾਡੀ ਜਿਹੜੀ ਤੀਜੀ ਜਾਂ ਚੌਥੀ ਕਲਾਸ ਸੀਗੀ, ਉਹਦੇ ਵਿੱਚ ਅਸੀਂ ਸੰਵਿਧਾਨਕ ਸਭਾ ਦੇ ਮੈਂਬਰਾਂ ਦੀ ਗੱਲ ਕੀਤੀ ਸੀ ਵੀ ਕਿੰਨੇ ਮੈਂਬਰ ਬ੍ਰਿਟਿਸ਼ ਪ੍ਰਾਂਤਾਂ ਤੋਂ ਲਏ ਗਏ, ਕਿੰਨੇ ਮੈਂਬਰ ਦੇਸੀ ਰਿਆਸਤਾਂ ਤੋਂ ਲਏ ਗਏ, ਤੇ ਕਿਵੇਂ ਫਿਰ ਸਾਡੀ ਸੰਵਿਧਾਨਕ ਸਭਾ ਦੇ ਮੈਂਬਰ ਚੁਣੇ ਗਏ। ਉਸ ਤੋਂ ਬਾਅਦ ਮੈਂ ਤੁਹਾਨੂੰ ਐਂਡ ਤੇ ਦੱਸਿਆ ਸੀ ਵੀ ਜਦੋਂ ਸਾਡੇ ਸੰਵਿਧਾਨਕ ਸਭਾ ਬਣ ਗਈ, ਮੈਂਬਰ ਚੁਣ ਲਏ, ਆਖਰ ਕੁਰਸੀਆਂ ਤੇ ਬਿਠਾਉਣ ਲਈ ਇੱਕ ਦੂਜੇ ਦਾ ਮੂੰਹ ਦੇਖਣ ਲਈ ਤਾਂ ਮੈਂਬਰ ਨਹੀਂ ਬਿਠਾਏ ਨਾ, ਕਿਸੇ ਨਾ ਕਿਸੇ ਕੰਮ ਵਾਸਤੇ ਮੈਂਬਰ ਚੁਣੇ। ਠੀਕ ਆ, ਉਹ ਮੈਂਬਰਾਂ ਨੇ ਉਹ ਜਿੰਨੇ ਵੀ ਆਪਾਂ ਕਿੰਨੇ ਮੈਂਬਰ ਪੜ੍ਹੇ ਸੀ, 399 ਮੈਂਬਰ। ਇਹਨਾਂ 399 ਮੈਂਬਰਾਂ ਨੂੰ ਵੰਡਤਾ ਕੁਝ ਕਮੇਟੀਆਂ ਦੇ ਵਿੱਚ। ਉਹਨਾਂ ਨੂੰ ਕੀ ਕਿਹਾ ਜਾਂਦਾ ਵਾ? ਸੰਵਿਧਾਨਕ ਕਮੇਟੀਆਂ। ਠੀਕ ਹੈ, 399 ਮੈਂਬਰਾਂ ਨੂੰ ਅਲੱਗ-ਅਲੱਗ ਕਮੇਟੀਆਂ ਦੇ ਵਿੱਚ ਵੰਡਤਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਆਮ ਹੀ ਘਰ ਦੇ ਵਿੱਚ ਕੋਈ ਫੰਕਸ਼ਨ ਹੋਵੇ ਤਾਂ 4-5 ਜਵਾਕ ਹੋਣ, ਹਨਾ, ਚਾਚੀ ਤਾਈ ਭੂਆ ਦੇ ਜਵਾਕ ਇਕੱਠੇ ਹੋ ਜਾਣ ਤੇ ਆਪਾਂ ਕੀ ਵੰਡ ਦਿੰਦੇ ਆ? ਉਹਨਾਂ ਨੂੰ ਕੰਮ ਵੰਡ ਦਿੰਦੇ ਆ। ਠੀਕ ਆ, ਵੀ ਕੁੜੀਏ ਤੂੰ ਜਿਹੜੇ ਭਾਂਡੇ ਆਏ ਗੁਰਦੁਆਰੇ ਤੋਂ ਸੰਭਾਲ ਲਈ। ਠੀਕ ਆ, ਤੂੰ ਜਿਹੜੇ ਗੈਸਟ ਆਏ ਉਹਨਾਂ ਦਾ ਲੀੜਾ ਕੱਪੜਾ ਸੰਭਾਲ ਲਈ। ਠੀਕ ਆ, ਤੇ ਜਿੱਦਾਂ ਵੀ ਮੈਂ ਤੁਹਾਨੂੰ ਦੱਸਿਆ ਸੀ, ਠੀਕ ਆ, ਐਗਜ਼ਾਮਪਲ ਦਿੱਤੀ ਸੀ ਕਿ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਏ। ਠੀਕ ਆ, 399 ਮੈਂਬਰ ਸੀਗੇ ਜਿਹੜੇ। ਠੀਕ ਆ, ਇਹਨਾਂ ਨੂੰ ਕੁਝ ਕਮੇਟੀਆਂ ਦੇ ਵਿੱਚ ਵੰਡਤਾ ਤੇ ਕਮੇਟੀਆਂ ਦੇ ਵਿੱਚ ਵੰਡ ਕੇ ਕੀ ਕੀਤਾ? ਕੁਝ ਕੰਮ ਸੌਂਪਤੇ। ਠੀਕ ਆ, ਕੰਮ ਕਿੱਦਾਂ ਸੌਂਪੇ? ਉਹਦੇ ਵਿੱਚ ਸਾਡੀਆਂ ਇਹਨਾਂ ਨੇ 22 ਕਮੇਟੀਆਂ ਬਣਾਤੀਆਂ। ਟੋਟਲ ਕਿੰਨੀਆਂ ਕਮੇਟੀਆਂ ਬਣਾਤੀਆਂ? 22। ਤੇ ਬੇਹੋਸ਼ ਨਾ ਹੋ ਜਿਓ, ਕਿਉਂਕਿ ਇੱਥੇ ਆਪਾਂ 22 ਦੀਆਂ 22 ਕਮੇਟੀਆਂ ਪੜ੍ਹਨੀਆਂ ਨਹੀਂ ਆ। ਠੀਕ ਆ, ਪੜ੍ਹਨੀਆਂ ਨਹੀਂ ਆ, 22 ਦੀਆਂ 22 ਕਮੇਟੀਆਂ ਨਹੀਂ ਪੜ੍ਹਨੀਆਂ। ਸਿਰਫ ਮੈਂ ਤੁਹਾਨੂੰ ਦੱਸਿਆ ਸੀ 6 ਜਾਂ 7 ਕਮੇਟੀਆਂ ਪੜ੍ਹਨੀਆਂ। ਉਹ ਕਮੇਟੀਆਂ ਜਿਨ੍ਹਾਂ ਵਿੱਚੋਂ ਅੱਜ ਤੱਕ ਭਾਰਤੀ ਪੋਲਿਟਿਕਸ ਜਾਂ ਭਾਰਤੀ ਸੰਵਿਧਾਨ ਦੇ ਵਿੱਚੋਂ ਕੁਐਸਚਨ ਆਏ ਆ, ਉਹਨਾਂ ਕਮੇਟੀਆਂ ਦੇ ਵਿੱਚੋਂ PSTET ਦੇ ਵਿੱਚ, CTET ਦੇ ਵਿੱਚ। ਠੀਕ ਆ, ਤੇ ਮੈਂ ਉਹੀ ਕਮੇਟੀਆਂ ਚੁਣ ਕੇ ਤੇ ਆਪਾਂ ਉਹ ਇੰਪੋਰਟੈਂਟ ਕਮੇਟੀਆਂ ਕਰਨੀਆਂ, ਸਾਰੀਆਂ ਨਹੀਂ ਕਰਨੀਆਂ। ਠੀਕ ਆ, ਉਹਦੇ ਵਿੱਚ ਸਾਡੀ ਸਭ ਤੋਂ ਪਹਿਲੀ ਕਮੇਟੀ ਆਉਂਦੀ ਆ, ਮੋਸਟ ਇੰਪੋਰਟੈਂਟ ਕਮੇਟੀ ਆਉਂਦੀ ਆ, ਡਰਾਫਟਿੰਗ ਕਮੇਟੀ। ਇਸੇ ਨੂੰ ਮਸੌਦਾ ਕਮੇਟੀ ਕਿਹਾ ਜਾਂਦਾ, ਇਸੇ ਨੂੰ ਡਰਾਫਟਿੰਗ ਕਮੇਟੀ ਕਿਹਾ ਜਾਂਦਾ। ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲਿਖਿਆ ਹੋਇਆ, ਦੇਖੋ। ਠੀਕ ਆ, ਮਸੌਦਾ ਕਮੇਟੀ ਯਾਨੀ ਡਰਾਫਟਿੰਗ ਕਮੇਟੀ, ਇਹਦੇ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਠੀਕ ਆ, ਮਾੜਾ ਮੋਟਾ ਬੰਦਾ ਥੋੜੀ, ਬਹੁਤ ਤਕੜਾ ਬੰਦਾ। ਇਹਦਾ ਕੀ ਸੀ? ਹੈਡ ਸੀ ਡਰਾਫਟਿੰਗ ਕਮੇਟੀ ਦਾ। ਡਰਾਫਟਿੰਗ ਕਮੇਟੀ ਨੇ ਅਸਲ ਦੇ ਵਿੱਚ ਸਾਡਾ ਸੰਵਿਧਾਨ ਜਿੰਨਾ ਵੀ ਤਿਆਰ ਹੋਇਆ ਏ, ਠੀਕ ਆ, ਉਹਦਾ ਓਵਰਆਲ ਜਿਹੜਾ ਸਿਹਰਾ ਏ ਉਹ ਡਰਾਫਟਿੰਗ ਕਮੇਟੀ ਨੂੰ ਹੀ ਜਾਂਦਾ ਵਾ। ਇਹਦਾ ਪ੍ਰਧਾਨ ਕੌਣ ਸੀ? ਡਾਕਟਰ BR ਅੰਬੇਦਕਰ। ਇਸੇ ਕਰਕੇ ਹੀ ਤਾਂ ਡਾਕਟਰ BR ਅੰਬੇਦਕਰ ਨੂੰ ਕੀ ਕਿਹਾ ਜਾਂਦਾ ਵਾ? ਦਾ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ, ਭਾਰਤੀ ਸੰਵਿਧਾਨ ਦਾ ਪਿਤਾਮਾ ਡਾਕਟਰ BR ਅੰਬੇਦਕਰ। ਕਿਉਂਕਿ ਡਰਾਫਟਿੰਗ ਕਮੇਟੀ ਦੇ ਤਹਿਤ ਹੀ ਕਹਿ ਲਓ ਵੀ ਸਾਡੇ ਓਵਰਆਲ ਸੰਵਿਧਾਨ ਦਾ ਕੀ ਹੋਇਆ? ਨਿਰਮਾਣ ਹੋਇਆ। ਠੀਕ ਆ, ਦੇਖੋ ਇਹਦਾ ਗਠਨ ਕਦੋਂ ਹੋਇਆ ਇਹ ਵਾਲੀ ਕਮੇਟੀ ਦਾ? 29 ਅਗਸਤ 1947। ਠੀਕ ਆ, 29 ਅਗਸਤ 1947 ਨੂੰ ਕੀ ਹੁੰਦਾ ਵਾ? ਸਾਡੀ ਮਸੌਦਾ ਕਮੇਟੀ ਯਾਨੀ ਕਿ ਡਰਾਫਟਿੰਗ ਕਮੇਟੀ ਦਾ ਗਠਨ ਹੁੰਦਾ ਵਾ। ਠੀਕ ਆ, ਯਾਦ ਰੱਖ ਲਿਓ। ਉਸ ਤੋਂ ਬਾਅਦ ਆਉਂਦਾ ਵਾ
ਪੇਸ਼ ਕਰਨ ਦੀ ਮਿਤੀ, ਜਿਹੜਾ ਡਰਾਫਟ ਨੂੰ ਪੇਸ਼ ਕਦੋਂ ਕੀਤਾ ਗਿਆ ਸੀ? 21 ਫਰਵਰੀ 1948, ਯਾਨੀ ਕਿ ਕਿੰਨੇ ਮੰਥ ਬਾਅਦ? ਠੀਕ ਆ, ਅਗਸਤ ਤੁਸੀਂ ਕੱਢ ਦੋ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ। ਠੀਕ ਆ, ਯਾਨੀ ਕਿ 5 ਮਹੀਨੇ ਬਾਅਦ ਇਹਨੂੰ ਪੇਸ਼ ਕੀਤਾ ਗਿਆ। ਠੀਕ ਆ, 29, ਯਾਨੀ ਕਿ 5 ਮਹੀਨੇ ਤੱਕ ਤੇ ਗਠਨ ਹੀ ਕਰਦੇ ਰਹੇ ਇਹਦਾ। ਠੀਕ ਆ, ਗਠਨ ਕਦੋਂ ਹੋਇਆ? ਗਠਨ ਕਰਦੇ ਰਹੇ ਦਾ ਮਤਲਬ, ਸੌਰੀ, ਵੀ ਗਠਨ ਕਦੋਂ ਹੋਇਆ ਇਹਦਾ? 29 ਅਗਸਤ 1947 ਨੂੰ। ਤੇ 5 ਮਹੀਨੇ ਬਾਅਦ ਜਾ ਕੇ ਇਹ ਜਿਹੜੀ ਡਰਾਫਟ ਕਮੇਟੀ ਆ ਇਹ ਪੇਸ਼ ਹੋਈ, ਡਰਾਫਟ ਪੇਸ਼ ਕੀਤਾ ਗਿਆ 21 ਫਰਵਰੀ 1948 ਨੂੰ। ਠੀਕ ਆ, ਉਸ ਤੋਂ ਬਾਅਦ ਦੇਖੋ ਬਹਿਸ ਕਰਨ ਦੀ ਮਿਤੀ ਡਰਾਫਟਿੰਗ ਕਮੇਟੀ ਤੇ, ਯਾਨੀ ਕਿ ਜਿਹੜਾ ਡਾਕਟਰ BR ਅੰਬੇਦਕਰ ਜਿਹੜਾ ਹੈਡ ਬੰਦਾ ਸੀ ਡਰਾਫਟਿੰਗ ਕਮੇਟੀ ਦਾ। ਠੀਕ ਆ, ਇਹਦੇ ਇਸ ਡਰਾਫਟ ਤੇ ਜਿਹੜੀ ਬਹਿਸ ਹੁੰਦੀ ਆ, ਪਹਿਲੀ ਬਹਿਸ ਹੁੰਦੀ ਆ, ਉਹ ਬਹਿਸ ਹੁੰਦੀ ਆ 21 ਫਰਵਰੀ 1948 ਤੋਂ ਲੈ ਕੇ, ਯਾਨੀ ਕਿ ਆਹ ਤਰੀਕ ਤੋਂ ਲੈ ਕੇ 4 ਨਵੰਬਰ 1948 ਤੱਕ। ਠੀਕ ਆ ਤਰੀਕ ਤਾਂ ਤੁਸੀਂ ਪਹਿਲਾਂ ਇੱਥੇ ਯਾਦ ਰੱਖ ਲਈ ਵੀ ਪੇਸ਼ ਕਰਨ ਤੋਂ ਲੈ ਕੇ ਤੇ 4 ਨਵੰਬਰ 1948 ਤੱਕ ਕੀ ਹੋਇਆ? ਇਹਦੇ ਤੇ ਬਹਿਸ ਹੁੰਦੀ ਰਹੀ। ਕਿੰਨਾ ਚਿਰ, ਦੇਖੋ ਵੀ ਕਿੰਨਾ ਚਿਰ ਇਹ ਡਰਾਫਟ, ਕਿਉਂਕਿ ਕੋਈ ਮਾੜੀ ਮੋਟੀ ਕਮੇਟੀ ਥੋੜੀ ਹੀ, ਇਸੇ ਕਮੇਟੀ ਨੇ ਤੇ ਸਾਡੇ ਸੰਵਿਧਾਨ ਦਾ ਡਰਾਫਟ ਤਿਆਰ ਕੀਤਾ। ਠੀਕ ਆ, ਵੀ ਕੋਈ ਸਲਾਹ ਦਿੰਦਾ ਹੋਊ, ਕੋਈ ਸਲਾਹ ਦਿੰਦਾ ਹੋਊ। ਠੀਕ ਆ, ਇਸੇ ਕਰਕੇ ਤੇ ਇੰਨੀ ਲੰਮੀ ਚੌੜੀ ਬਹਿਸ ਇਹਦੇ ਤੇ ਕੀ ਚੱਲਦੀ ਰਹੀ। ਠੀਕ ਆ, 21 ਫਰਵਰੀ ਯਾਨੀ ਕਿ ਪੇਸ਼ ਕਰਨ ਦੀ ਤਰੀਕ ਤੋਂ ਲੈ ਕੇ ਤੇ 4 ਨਵੰਬਰ 1948 ਤੱਕ ਡਰਾਫਟਿੰਗ ਕਮੇਟੀ ਤੇ ਕੀ ਚੱਲਦੀ ਰਹੀ? ਬਹਿਸ ਚੱਲਦੀ ਰਹੀ। ਠੀਕ ਆ, ਤੇ ਉਸ ਤੋਂ ਬਾਅਦ ਆ ਜਾਂਦੀ ਆ ਸਾਡੀ ਪਹਿਲੀ ਪੜਤ। ਵੀ ਕਹਿੰਦੇ ਵੀ ਪਹਿਲੀ ਪੜਤ ਕਦੋਂ ਹੋਈ? ਠੀਕ ਆ ਨਾ 1 2 3 4 ਤੇ 5, ਆ 5 ਤਰੀਕਾਂ ਆਪਾਂ ਤਾਂ ਯਾਦ ਰੱਖਣੀਆਂ। ਇਹ ਵੀ ਮੈਂ ਤੁਹਾਨੂੰ ਦੱਸੂਗੀ ਕਿੱਦਾਂ ਯਾਦ ਰੱਖਣੀਆਂ। ਠੀਕ ਹੈ, ਸੁਣਦੇ ਜਾਓ। ਹੁਣ ਪਹਿਲੀ ਪੜਤ ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਿਆ ਵੀ ਇਹਦਾ ਗਠਨ ਹੁੰਦਾ ਵਾ 29 ਅਗਸਤ 1947 ਨੂੰ, ਇਹ ਤਾਂ ਆਪਾਂ ਯਾਦ ਰੱਖਣਾ ਹੀ ਰੱਖਣਾ। ਠੀਕ ਹੈ, ਪੇਸ਼ ਕਦੋਂ ਕੀਤੀ ਗਈ? 21 ਫਰਵਰੀ 1948 ਨੂੰ। ਠੀਕ ਹੈ, ਯਾਨੀ ਕਿ 11 ਦਿਨਾਂ ਬਾਅਦ, 5 ਦਿਨਾਂ ਬਾਅਦ 1948 ਹੈ ਨਾ, 5 ਮਹੀਨਿਆਂ ਬਾਅਦ ਇਹ ਜਾ ਕੇ ਪੇਸ਼ ਹੋਈ ਆ ਡਰਾਫਟਿੰਗ ਕਮੇਟੀ। ਠੀਕ ਆ, ਤੇ ਬਹਿਸ ਕਰਨ ਦੀ ਮਿਤੀ, ਯਾਨੀ ਕਿ ਜਿੱਦਣ ਪੇਸ਼ ਕੀਤਾ, ਪੇਸ਼ ਕਰਨ ਤੋਂ ਲੈ ਕੇ 4 ਨਵੰਬਰ 1948 ਤੱਕ ਇਹਦੇ ਤੇ ਬਹਿਸ ਹੁੰਦੀ ਰਹੀ। ਯਾਨੀ ਕਿ 4 ਨਵੰਬਰ 1948 ਤੇ ਆ ਕੇ ਕੀ ਬਹਿਸ ਹੋ ਗਈ ਖਤਮ। ਤੇ ਜਦੋਂ ਬਹਿਸ ਖਤਮ ਹੋ ਗਈ ਤੇ ਉਦੋਂ ਹੀ ਫਿਰ ਪੇਸ਼ ਹੋਈ ਪਹਿਲੀ ਪੜਤ, ਤੇ 4 ਨਵੰਬਰ 1948 ਨੂੰ ਪਹਿਲੀ ਪੜਤ ਪੇਸ਼ ਹੋਈ। ਕਿੰਨਾ ਸੌਖਾ ਤਰੀਕਾ, ਕੋਰਿਲੇਟਡ ਕਰਕੇ ਇਸ ਤਰੀਕੇ ਦੇ ਨਾਲ ਚੀਜ਼ਾਂ ਪੜਿਆ ਕਰੋ। ਦੇਖੋ ਫਿਰ ਸੁਣੋ। ਠੀਕ ਆ, ਪੇਸ਼ ਕਰਨ ਦੀ ਮਿਤੀ 21 ਫਰਵਰੀ 1948 ਤੇ ਬਹਿਸ 21 ਫਰਵਰੀ, ਯਾਨੀ ਕਿ ਜਿੱਦਣ ਪੇਸ਼ ਹੋਈ ਉਦੋਂ ਤੋਂ ਲੈ ਕੇ ਬਹਿਸ ਕਰਨ ਤੱਕ 4 ਨਵੰਬਰ ਤੱਕ ਬਹਿਸ ਚੱਲਦੀ ਰਹੀ। ਠੀਕ ਆ, ਤੇ ਪਹਿਲੀ ਪੜਤ ਫਿਰ ਪੇਸ਼ ਹੁੰਦੀ ਆ ਜਿੱਦਣ ਬਹਿਸ ਖਤਮ ਹੁੰਦੀ ਆ। 4 ਨਵੰਬਰ 1948 ਨੂੰ ਬਹਿਸ ਖਤਮ ਹੋਈ। ਜੇ ਬਹਿਸ ਖਤਮ ਹੋ ਗਈ, ਇਹਦਾ ਮਤਲਬ ਆ ਵੀ ਡਰਾਫਟਿੰਗ ਕਮੇਟੀ ਦੀ ਪਹਿਲੀ ਪੜਤ ਕੀ ਹੋ ਗਈ? ਪੇਸ਼ ਹੋ ਗਈ 4 ਨਵੰਬਰ 1948। ਠੀਕ ਆ, ਤੇ ਇਹਦਾ ਇੰਪੋਰਟੈਂਟ ਪੁਆਇੰਟ ਆ। ਠੀਕ ਆ, ਇੰਪੋਰਟੈਂਟ ਪੁਆਇੰਟ ਕੀ ਆ? ਵੀ ਜਿਹੜੀ ਡਰਾਫਟਿੰਗ ਕਮੇਟੀ ਆ ਇਹਦੇ ਤੇ ਹੁਣ ਤੱਕ ਕਿੰਨੀਆਂ ਸੋਧਾਂ ਹੋ ਚੁੱਕੀਆਂ ਵਾ? 76 35। ਮੈਂ ਤਾਂ ਇਸੇ ਤਰੀਕੇ ਦੇ ਨਾਲ ਯਾਦ ਰੱਖਿਆ ਸੀ, 76 35 ਸੋਧਾਂ ਹੁਣ ਤੱਕ ਡਰਾਫਟਿੰਗ ਕਮੇਟੀ ਤੇ ਹੋ ਚੁੱਕੀਆਂ ਏ। ਠੀਕ ਆ, ਉਸ ਤੋਂ ਬਾਅਦ ਅਸੀਂ 2 ਤਰੀਕਾਂ ਕਦੀ ਵੀ ਨਹੀਂ ਭੁੱਲਦੇ। ਠੀਕ ਆ, ਅਕਸਰ ਅਸੀਂ PSET ਦੀ ਤਿਆਰੀ ਜਦੋਂ ਕਰਦੇ ਆ ਤੇ ਜਦੋਂ ਅਸੀਂ ਪੋਲੀਟਿਕਸ ਪੜ੍ਹਦੇ ਆ ਤੇ ਉਹ 2 ਤਰੀਕਾਂ ਅਸੀਂ ਪੜ੍ਹ ਕੇ ਜਾਂਦੇ, ਕਿਹੜੀਆਂ ਵੀ ਇੱਕ ਤੇ ਸਾਡਾ ਸੰਵਿਧਾਨ ਬਣ ਕੇ ਕਦੋਂ ਤਿਆਰ ਹੋਇਆ। ਠੀਕ ਆ, ਤੇ ਇੱਕ ਸਾਡਾ ਸੰਵਿਧਾਨ ਲਾਗੂ ਕਦੋਂ ਹੋਇਆ। ਇਹ 2 ਤਰੀਕਾਂ ਅਸੀਂ ਪੜ੍ਹਦੇ ਆ। ਠੀਕ ਆ, ਹੁਣ ਇੱਥੇ ਅਸੀਂ ਕਰਾਂਗੇ ਵੀ ਅਸੀਂ ਜਿਹੜੀ 26 ਨਵੰਬਰ 1949 ਵਾਲੀ ਤਰੀਕ ਆ, ਜਿੱਦਣ ਸਾਡਾ ਸੰਵਿਧਾਨ ਬਣ ਕੇ ਤਿਆਰ ਹੁੰਦਾ, ਅਸੀਂ ਇਹ ਤਰੀਕ ਜਿਹੜੀ ਆ ਬਹੁਤ ਹੀ ਸਾਡੇ ਲਈ ਇੰਪੋਰਟੈਂਟ ਅਸੀਂ ਪੜ੍ਹਦੇ ਆ। ਪਰ ਇੱਥੇ ਆ ਕੇ ਸਾਨੂੰ ਕੀ ਪਤਾ ਲੱਗੂਗਾ? ਦੇਖੋ ਧਿਆਨ ਨਾਲ ਸਮਝੇ 26 ਨਵੰਬਰ ਵਾਲਾ ਕਨਸੈਪਟ, ਵੀ ਇਸੇ ਦਿਨ ਹੀ ਕਿਉਂ ਸਾਡਾ ਸੰਵਿਧਾਨ ਬਣ ਕੇ ਤਿਆਰ ਹੋਇਆ। ਦੇਖੋ ਜਿਹੜੀ ਡਰਾਫਟਿੰਗ ਕਮੇਟੀ ਮੈਂ ਤੁਹਾਨੂੰ ਦੱਸਿਆ ਵੀ ਇਹਦਾ ਮੇਨ ਪ੍ਰਧਾਨ ਬੰਦਾ ਕੀ ਸੀ? ਡਾਕਟਰ BR ਅੰਬੇਦਕਰ। ਇਸੇ ਕਮੇਟੀ ਨੇ ਸਾਡੇ ਸੰਵਿਧਾਨ ਦਾ ਡਰਾਫਟ ਤਿਆਰ ਕੀਤਾ। ਇਸੇ ਕਰਕੇ ਹੀ ਤਾਂ BR ਅੰਬੇਦਕਰ ਨੂੰ ਕੀ ਕਿਹਾ ਜਾਂਦਾ ਵਾ? ਇਹਨੂੰ ਫਾਦਰ ਕਿਹਾ ਜਾਂਦਾ ਵਾ, ਭਾਰਤੀ ਸੰਵਿਧਾਨ ਦਾ
ਫਾਦਰ ਕਿਹਾ ਜਾਂਦਾ ਵਾ। ਠੀਕ ਆ, ਇਸ ਕਮੇਟੀ ਦਾ ਗਠਨ ਹੁੰਦਾ 29 ਅਗਸਤ 1947 ਨੂੰ ਗਠਨ ਹੁੰਦਾ। ਠੀਕ ਆ, ਤੇ ਜਾਨੀ ਕਿ ਸਾਡਾ ਦੇਸ਼ ਆਜ਼ਾਦ ਹੁੰਦਾ ਵਾ 15 ਅਗਸਤ 1947 ਨੂੰ, ਤੇ 29 ਅਗਸਤ ਯਾਨੀ ਕਿ ਕੁਝ ਦਿਨਾਂ ਬਾਅਦ ਹੀ ਸਾਡੀ ਡਰਾਫਟਿੰਗ ਕਮੇਟੀ ਦਾ ਗਠਨ ਹੁੰਦਾ, ਕਿਉਂਕਿ ਸੰਵਿਧਾਨ ਸਭਾ ਨੇ ਅੱਗੇ ਕੀ ਕਰਨਾ ਸੀ, ਅੱਗੋਂ ਸੰਵਿਧਾਨ ਤਿਆਰ ਕਰਨਾ ਸੀ, ਤੇ ਉਹਦੇ ਲਈ ਪਹਿਲੀ ਕਮੇਟੀ ਕਿਹੜੀ ਸੀ, ਡਰਾਫਟਿੰਗ ਕਮੇਟੀ। ਠੀਕ ਆ, ਜਦੋਂ ਫਿਰ ਇਹਦਾ 29 ਅਗਸਤ 1947 ਨੂੰ ਗਠਨ ਹੁੰਦਾ ਵਾ ਤੇ ਇਹਨੂੰ ਪੇਸ਼ ਕੀਤਾ ਜਾਂਦਾ ਵਾ 5 ਮਹੀਨੇ ਬਾਅਦ, ਯਾਨੀ ਕਿ 21 ਫਰਵਰੀ। ਠੀਕ ਆ, ਪੇਸ਼ ਕਰਨ ਦੀ ਮਿਤੀ 21 ਫਰਵਰੀ 1948। ਫਿਰ ਉਹਨਾਂ ਨੇ ਕਿਹਾ ਪਹਿਲੀ ਬਹਿਸ ਕਰਨ ਦੀ ਮਿਤੀ। ਠੀਕ ਆ, 21 ਫਰਵਰੀ ਜਿੱਦਣ ਪੇਸ਼ ਕੀਤੀ ਗਈ ਡਰਾਫਟਿੰਗ ਕਮੇਟੀ, 21 ਫਰਵਰੀ 1948 ਤੋਂ ਲੈ ਕੇ ਤੇ 4 ਨਵੰਬਰ 1948 ਤੱਕ ਕੀ ਚੱਲਦੀ ਰਹੀ, ਬਹਿਸ ਚੱਲਦੀ ਰਹੀ। ਤੇ ਇਹ ਬਹਿਸ 4 ਨਵੰਬਰ 1948 ਨੂੰ ਆ ਕੇ ਕੀ ਹੋ ਗਈ, ਖਤਮ ਹੋ ਗਈ। ਠੀਕ ਆ, ਤੇ ਜਿੱਦੇ ਫਿਰ ਬਹਿਸ ਖਤਮ ਹੋ ਗਈ ਉਸੇ ਦਿਨ ਹੀ ਪਹਿਲੀ ਪੜਤ ਪੇਸ਼ ਹੋਈ ਜਾਨੀ ਵੀ ਪਹਿਲਾਂ ਬਣਾਉਂਦੇ ਰਹੇ ਤੇ ਫਿਰ ਸਾਰਿਆਂ ਦੇ ਸਾਹਮਣੇ ਕੀ ਕਰਤਾ, ਪੇਸ਼ ਕੀਤਾ ਵੀ ਆਹ ਲੋ ਦੇਖ ਲੋ, ਆਹ ਕੁਝ ਅਸੀਂ ਕੀਤਾ ਜੇ ਤਿਆਰ। ਠੀਕ ਆ, ਪਹਿਲੀ ਪੜਤ ਪੇਸ਼ ਹੋ ਗਈ 4 ਨਵੰਬਰ 1948 ਨੂੰ, ਤੇ ਆਖਰੀ ਪੜਤ ਦਾ ਮਤਲਬ ਆ ਵੀ ਫਾਈਨਲੀ ਡਰਾਫਟ ਤਿਆਰ ਹੋ ਚੁੱਕਾ ਜੇ, ਤੇ ਆਖਰੀ ਸਮਾਂ ਵਾ, ਆਖਰੀ ਵਾਰੀ ਦਰਸ਼ਨ ਕਰ ਲੋ ਡਰਾਫਟ ਦੇ, ਜਾਨੀ ਕਿ 26 ਨਵੰਬਰ 1949, ਜਾਨੀ ਕਿ ਸਾਡੇ ਸੰਵਿਧਾਨ ਦਾ ਡਰਾਫਟ ਤਿਆਰ ਹੋ ਗਿਆ। ਤੇ ਇਸੇ ਕਰਕੇ ਅਸੀਂ 26 ਨਵੰਬਰ 1949 ਵਾਲੀ ਤਰੀਕ ਨੂੰ ਕੀ ਕਹਿੰਦੇ ਆ ਵੀ ਇਹ ਦਿਨ ਸਾਡਾ ਸੰਵਿਧਾਨ ਬਣ ਕੇ ਤਿਆਰ ਹੋਇਆ। ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹ ਗੱਲ ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਪਤਾ ਸੀ। ਠੀਕ ਆ, ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਅਸੀਂ ਮਸੌਦਾ ਕਮੇਟੀ, ਡਰਾਫਟਿੰਗ ਕਮੇਟੀ ਪੜ੍ਹ ਲਈ, ਤੇ ਡਾਕਟਰ BR ਅੰਬੇਦਕਰ ਨੂੰ ਫਾਦਰ ਕਿਉਂ ਕਿਹਾ ਜਾਂਦਾ ਇਹ ਵੀ ਪੜ੍ਹ ਲਿਆ। ਫਿਰ ਅਸੀਂ ਪੜ੍ਹ ਲਿਆ ਵੀ ਕਿਹੜੀ ਕਮੇਟੀ ਮੇਨ ਰੋਲ ਅਦਾ ਕਰਦੀ ਆ ਸਾਡਾ ਸੰਵਿਧਾਨ ਬਣਾਉਣ ਦੇ ਵਿੱਚ, ਤੇ 26 ਨਵੰਬਰ 1949 ਵਾਲੀ ਤਰੀਕ ਹੀ ਕਿਉਂ ਇੰਪੋਰਟੈਂਟ ਆ, ਜਿਹਨੂੰ ਕਿਹਦੇ ਤੌਰ ਤੇ ਲਿਖਿਆ ਜਾਂਦਾ ਵਾ, ਸਾਡਾ ਸੰਵਿਧਾਨ ਤਿਆਰ ਕਰਨ ਦੇ ਤਹਿਤ ਲਿਖਿਆ ਜਾਂਦਾ ਵਾ। ਠੀਕ ਆ, ਇਹ ਤੇ ਸਾਡੀ ਹੋ ਗਈ ਡਰਾਫਟਿੰਗ ਕਮੇਟੀ। ਪਰ ਸਾਡਾ ਇੱਕ ਕਨਸੈਪਟ ਰਹਿ ਗਿਆ, ਉਹ ਵੀ ਬਹੁਤ ਹੀ ਜ਼ਿਆਦਾ ਕੀ ਆ, ਇੰਪੋਰਟੈਂਟ ਆ। ਉਹ ਕਨਸੈਪਟ ਸਾਡਾ ਕੀ ਆ, ਉਹ ਕਨਸੈਪਟ ਹੈਗਾ ਵਾ ਵੀ ਇੱਕ ਤਾਂ ਡਰਾਫਟਿੰਗ ਕਮੇਟੀ ਦਾ ਮੇਨ ਹੈਡ ਬੰਦਾ ਡਾਕਟਰ BR ਅੰਬੇਦਕਰ ਆ। ਵੀ ਕੱਲਾ ਇਹ ਥੋੜੀ ਆ ਵੀ ਡਾਕਟਰ BR ਅੰਬੇਦਕਰ ਕੱਲੇ ਨੇ ਬਣਾ ਕੇ ਡਰਾਫਟ ਤਿਆਰ ਕਰਤਾ ਹਨਾ, ਵੀ ਕੱਲਾ ਬੰਦਾ ਤੇ ਉਵੇਂ ਹੀ ਬੰਦਲ ਜੂ ਹਨਾ, ਵੀ ਇਹਨੇ ਕੱਲੇ ਨੇ ਥੋੜੀ ਕਰਤਾ ਸੀ, ਕੋਈ ਕੁਝ ਹੈਲਪਰ ਬੰਦੇ ਵੀ ਸੀ ਇਹਦੇ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਵੀ ਮਦਦ ਕੀਤੀ। ਤੇ ਮੰਨ ਕੇ ਚੱਲੋ ਵੀ 6 ਮੈਂਬਰ ਹੋਰ ਸੀ ਜਿਨ੍ਹਾਂ ਨੇ ਡਾਕਟਰ BR ਅੰਬੇਦਕਰ ਦੇ ਹੇਠ ਕੰਮ ਕੀਤਾ, ਪਰ ਮੇਨ ਹੈਡ ਬੰਦਾ ਡਾਕਟਰ BR ਅੰਬੇਦਕਰ ਸੀ। ਪਰ ਇੱਥੇ ਕੀ ਜ਼ਰੂਰੀ ਹੋ ਗਿਆ ਵੀ ਬਾਕੀ ਦੇ 6 ਮੈਂਬਰ ਵੀ ਜ਼ਰੂਰੀ ਹੋ ਗਏ ਆਪਣੇ ਲਈ ਪੜ੍ਹਨੇ, ਤੇ ਇਹਨਾਂ ਦੇ ਨਾਮ ਬਾਹਲੇ ਕਸੂਤੇ ਆ ਪਰ ਪੜ੍ਹਨੇ ਆ। ਠੀਕ ਹੈ, ਦੇਖੋ ਜਿਹੜਾ ਪਹਿਲਾ ਮੈਂਬਰ ਆ ਸ਼੍ਰੀ N ਗੋਪਾਲਾ ਸਵਾਮੀ ਅਯੰਗਰ। ਠੀਕ ਆ, ਮੈਂ ਨਾ ਤੁਹਾਨੂੰ ਔਖੀ ਚੀਜ਼ ਯਾਦ ਰੱਖਣ ਦੇ ਬਾਰੇ ਇੱਕ ਗੱਲ ਦੱਸਦੀ ਆ। ਠੀਕ ਆ, ਐਕਚੁਅਲੀ ਕੀ ਹੁੰਦਾ ਵਾ ਨਾ ਵੀ ਜੇ ਮੰਨ ਲਓ ਕਿਸੇ ਪਰਸਨ ਦੇ, ਕਿਸੇ ਇਤਿਹਾਸਕਾਰ ਦੇ ਕੋਈ ਵੀ ਨਾਮ ਅਸੀਂ ਪੜ੍ਹਦੇ ਆ ਹਨਾ, ਤੇ ਉਹ ਕੀ ਹੁੰਦਾ ਵਾ ਕਿ ਜੇ ਤੇ ਮੰਨ ਲਓ ਕੋਈ ਸੌਖਾ ਜਿਹਾ ਨਾਮ ਆ ਹਨਾ, ਅਸੀਂ ਇੱਕ ਵਾਰੀ ਰੀਡ ਕੀਤਾ ਵੀ ਲੈ ਆ ਤਾਂ ਸੌਖਾ ਹੀ ਆ ਵੀ ਯਾਦ ਹੀ ਰਹਿ ਜਾਣਾ। ਠੀਕ ਆ, ਤੇ ਜਿਹੜਾ ਕੋਈ ਔਖਾ ਨਾਮ ਆ ਉਹਨੂੰ ਅਸੀਂ 4 ਤੋਂ 5 ਵਾਰੀ ਰਿਵਾਈਜ਼ ਕਰ ਲੈਣੇ, ਜਾਂ ਕਹਿ ਲਓ ਵੀ ਬਾਰ-ਬਾਰ ਰੈਪੀਟੀਸ਼ਨ ਦੇ ਤਹਿਤ ਅਸੀਂ ਉਹਨੂੰ ਪੜ੍ਹਦੇ ਰਹਿੰਦੇ। ਪਰ ਅਕਸਰ ਹੁੰਦਾ ਕੀ ਆ, ਤੁਸੀਂ ਅਜਮਾ ਕੇ ਵੇਖ ਲਿਓ ਮੇਰੀ ਗੱਲ, ਵੀ ਸਾਨੂੰ ਸੌਖੇ ਨਾਮ ਭੁੱਲ ਜਾਂਦੇ ਆ ਪਰ ਔਖੇ ਨਾਮ ਜ਼ਿਆਦਾਤਰ ਇਹ ਹੁੰਦਾ ਯਾਦ ਰਹਿੰਦੇ। ਮੇਰੇ ਨਾਲ ਤਾਂ ਅੱਜ ਤੱਕ ਏਦਾਂ ਹੀ ਹੋਇਆ ਵੀ ਸੌਖਾ ਤੋਂ ਸੌਖਾ ਨਾਮ ਭੁੱਲ ਜੂਗਾ, ਰਾਮ ਸ਼ਾਮ ਹਨਾ, ਤੇ ਏਦਾਂ ਦਾ ਨਾਮ ਭੁੱਲ ਜੂਗਾ। ਪਰ ਤੁਹਾਨੂੰ ਆਹ ਨਾਮ ਜਿਹੜੇ ਔਖੇ ਆ, ਪਰ ਜੇ ਤੁਸੀਂ ਵਾਰੀ-ਵਾਰੀ ਰਿਪੀਟ ਕੀਤੇ ਹੋਣਗੇ ਤੁਹਾਨੂੰ ਔਖੇ ਨਾਮ ਨਹੀਂ ਭੁੱਲਣਗੇ ਪਰ ਸੌਖੇ ਜ਼ਰੂਰ ਭੁੱਲ ਜਾਣਗੇ। ਨਹੀਂ ਯਕੀਨ ਹੁੰਦਾ ਤੇ ਮੇਰੀ ਇਹ ਗੱਲ ਅਜਮਾ ਕੇ ਦੇਖ ਲਿਓ ਇਹਨਾਂ ਨਾਵਾਂ ਨੂੰ ਜਦੋਂ ਤੁਸੀਂ ਬਾਰ-ਬਾਰ ਪੜ੍ਹੋਗੇ। ਦੇਖੋ ਪਹਿਲਾ ਹੈਗਾ ਵਾ ਸ਼੍ਰੀ N ਗੋਪਾਲਾ ਸਵਾਮੀ ਅਯੰਗਰ। ਠੀਕ ਆ, ਤੇ ਦੂਜਾ ਹੈਗਾ ਵਾ ਸ਼੍ਰੀ ਆਲਾਦੀ ਕ੍ਰਿਸ਼ਨ ਸਵਾਮੀ ਅਯਰ। ਠੀਕ ਆ, ਐ ਲੱਗਦਾ ਜਿੱਦਾਂ ਦੋਵੇਂ ਭਰਾ ਹੀ ਸੀ ਹਨਾ, ਟਿਵਿਨ ਸੀ ਜਿੱਦਾਂ ਇਹ ਦੋਵੇਂ ਹਨਾ,
ਜਿੱਦਾਂ ਵੀ ਕੈਟ ਵੀ ਨਹੀਂ ਕਹਿੰਦੇ ਹੁੰਦੇ ਨਾ, ਜੁੜਵਾ ਭਰਾ ਸੀ ਜਿੱਦਾਂ ਹਨਾ ਵੀ। ਇੱਧਰ ਦੇਖੋ ਅਯੰਗਰ ਅਯਰ, ਸਵਾਮੀ ਸਵਾਮੀ ਲੱਗਾ ਪਿਆ ਨਾਲ ਹਨਾ, ਕਮਾਲ ਹੋਈ ਪਈ, ਇੱਕੋ ਜਿਹੇ ਨਾਂ ਭਰਾ ਹੀ ਸੀ ਇਹ ਦੋਵੇਂ ਹਨਾ। ਸ਼੍ਰੀ ਐਨ ਗੋਪਾਲਾ ਸਵਾਮੀ ਅਯੰਗਰ, ਸ਼੍ਰੀ ਅੱਲਾ ਦੀ ਕ੍ਰਿਸ਼ਨ ਸਵਾਮੀ ਅਯਰ, ਠੀਕ ਹੈ। ਇਹਨਾਂ ਦੋਵਾਂ ਦੇ ਨਾਂ ਇੱਕ ਦੂਜੇ ਨਾਲ ਜੋੜ ਕੇ ਯਾਦ ਰੱਖ ਲਿਓ, ਠੀਕ ਹੈ। ਸ਼੍ਰੀ ਐਨ ਗੋਪਾਲਾ ਸਵਾਮੀ ਅਯੰਗਰ, ਸ਼੍ਰੀ ਅੱਲਾ ਦੀ ਕ੍ਰਿਸ਼ਨ ਸਵਾਮੀ ਅਯਰ, ਠੀਕ ਆ। ਇੱਕੋ ਜਿਹੇ ਨਾਮ ਆ, ਠੀਕ ਆ। ਇਹ ਪੱਕਾ ਦੋਵੇਂ ਭਰਾ ਹੋਣਗੇ, ਠੀਕ ਆ। ਉਸ ਤੋਂ ਬਾਅਦ ਸਾਡਾ ਤੀਜਾ ਨਾਂ ਸੈयद ਮੁਹੰਮਦ ਸਾਦੁੱਲਾ, ਸैयद ਮੁਹੰਮਦ ਸਾਦੁੱਲਾ, ਠੀਕ ਆ। ਉਸ ਤੋਂ ਬਾਅਦ ਚੌਥਾ ਸ਼੍ਰੀ ਐਨ ਮਾਧਵ ਰਾਓ, ਸ਼੍ਰੀ ਐਨ ਮਾਧਵ ਰਾਓ, ਸ਼੍ਰੀ ਐਨ ਮਾਧਵ ਰਾਓ। ਪੰਜਵਾਂ ਨਾਮ ਸ਼੍ਰੀ ਡੀ.ਪੀ. ਖੈਤਾਨ, ਸ਼੍ਰੀ ਡੀ.ਪੀ. ਖੈਤਾਨ। ਤੇ ਲਾਸਟ ਛੇਵਾਂ ਹੈਗਾ ਵਾ ਕੇ.ਐਮ. ਮੁਨਸ਼ੀ, ਕੇ.ਐਮ. ਮੁਨਸ਼ੀ। ਤੇ ਜਿਹੜੀ ਮੈਂ ਗੱਲ ਤੁਹਾਨੂੰ ਹੁਣੇ ਦੱਸ ਕੇ ਗਈ ਵੀ 4 ਤੋਂ 5 ਵਾਰੀ ਰਿਪੀਟ ਕਰ ਲਿਓ, ਇਹ ਨਹੀਂ ਭੁੱਲਣਗੇ। ਤੇ ਜੇ ਕੋਈ ਸੌਖਾ ਨਾ ਹੋਊਗਾ, ਹੋ ਸਕਦਾ ਡਾਕਟਰ B.R. ਅੰਬੇਦਕਰ ਦਾ ਨਾਮ ਭੁੱਲ ਜਾਓ, ਪਰ ਆ ਨਹੀਂ ਭੁੱਲੋਗੇ। ਜਮਾ ਕੇ ਵੇਖ ਲਿਓ ਇਹ ਗੱਲ, ਠੀਕ ਆ। ਤੇ ਇਹਦੇ ਨਾਲ ਹੀ ਸਾਡੀ ਡਰਾਫਟਿੰਗ ਕਮੇਟੀ ਹੋ ਗਈ ਕੰਪਲੀਟ। ਤੇ ਉਸ ਤੋਂ ਬਾਅਦ ਸਾਡੀ ਆ ਜਾਂਦੀ ਆ ਦੂਜੇ ਨੰਬਰ ਤੇ ਕਮੇਟੀ, ਨਿਯਮਾਂ ਸੰਬੰਧੀ ਕਮੇਟੀ। ਤੇ ਘਬਰਾ ਨਾ ਜਾਇਓ, ਆਪਾਂ ਪਾਗਲ ਨਹੀਂ ਹੋਣਾ। ਪਾਗਲ ਆਪਾਂ ਕਿਉਂ ਨਹੀਂ ਹੋਣਾ? ਕਿਉਂਕਿ ਜਿਹੜੀ ਆਪਾਂ ਪਹਿਲੀ ਕਮੇਟੀ ਪੜ੍ਹੀ ਸੀ, ਡਰਾਫਟਿੰਗ ਕਮੇਟੀ, ਮਸੌਦਾ ਕਮੇਟੀ, ਉਹਦੇ ਬਾਰੇ ਡਿਟੇਲ ਦੇ ਵਿੱਚ ਪੜ੍ਹਨਾ ਬਹੁਤ ਜ਼ਰੂਰੀ ਸੀ, ਕਿਉਂਕਿ ਉਸੇ ਕਮੇਟੀ ਦੇ ਤਹਿਤ ਸਾਡਾ ਸੰਵਿਧਾਨ ਦਾ ਡਰਾਫਟ ਤਿਆਰ ਹੋਇਆ। ਤੇ ਜੇ ਕਿਤੇ ਮੈਂ ਤੁਹਾਨੂੰ ਕੱਲੀ ਕਮੇਟੀ ਦੀ ਗਠਨ, ਪੇਸ਼ ਕਰਨ ਦੀ ਮਿਤੀ, ਉਹਦੇ ਮੈਂਬਰ ਪੜ੍ਹਾਉਣ ਲੱਗ ਜਾ, ਫਿਰ ਤਾਂ ਤੁਸੀਂ ਪਾਗਲ ਹੋ ਜਾਓਗੇ। ਆਪਣੇ ਲਈ ਜਿਹੜੀ ਚੀਜ਼ ਇੰਪੋਰਟੈਂਟ ਨਹੀਂ ਉਹ ਆਪਾਂ ਕਰਨੀ ਹੀ ਕਿਉਂ? ਵੀ ਐਵੇਂ ਤੁਹਾਨੂੰ ਮੁਫਤ ਦਾ ਹੀ ਕਹਿ ਲਓ ਵੀ ਐਵੇਂ ਹੀ ਦਿਮਾਗ ਖਰਾਬ ਕਰੀ ਜਾਈਏ ਹਨਾ। ਜਿਹੜੀ ਕਮੇਟੀ ਇੰਪੋਰਟੈਂਟ ਸੀ ਉਹਨੂੰ ਆਪਾਂ ਡਿਟੇਲ ਦੇ ਵਿੱਚ ਫੜ ਕੇ ਡਾਤਾ, ਧੂੜਾ ਪੱਟਤੀਆਂ, ਠੀਕ ਆ। ਉਸ ਤੋਂ ਬਾਅਦ ਮਸੌਦਾ ਕਮੇਟੀ ਤੋਂ ਬਾਅਦ ਸਾਡੀ ਆਉਂਦੀ ਆ ਦੂਜੀ ਕਮੇਟੀ, ਨਿਯਮਾਂ ਸੰਬੰਧੀ ਕਮੇਟੀ, ਠੀਕ ਆ। ਨਿਯਮਾਂ ਸੰਬੰਧੀ ਕਮੇਟੀ ਵੀ ਜੇ ਸਾਡੇ ਸੰਵਿਧਾਨ ਦਾ ਡਰਾਫਟ ਤਿਆਰ ਹੋਇਆ ਤੇ ਉਹਦੇ ਕਹਿ ਲਓ ਵੀ ਇੰਪਲੀਕੇਸ਼ਨ ਲਈ ਉਹਦੇ ਕੁਝ ਨਿਯਮ ਵੀ ਹੋਣਗੇ, ਉਹਦੇ ਕੁਝ ਰੂਲਸ ਵੀ ਹੋਣਗੇ, ਉਹਦੇ ਸੰਬੰਧਿਤ ਕਮੇਟੀ ਬਣਾਈ ਗਈ ਨਿਯਮਾਂ ਸੰਬੰਧੀ ਕਮੇਟੀ। ਇਹਦਾ ਹੈਡ ਬੰਦਾ ਸੀ ਡਾਕਟਰ ਰਜਿੰਦਰ ਪ੍ਰਸਾਦ। ਤੇ ਇਹੋ ਹੀ ਬੰਦਾ ਬਹੁਤ ਵਾਰੀ ਬਣਿਆ ਸਾਡੇ ਭਾਰਤ ਦਾ ਪ੍ਰੈਜ਼ੀਡੈਂਟ। ਬਹੁਤ ਹੀ ਇੰਪੋਰਟੈਂਟ ਬੰਦਾ, ਕੋਈ ਮਾੜਾ ਮੋਟਾ ਬੰਦਾ ਥੋੜੀ ਆ, ਠੀਕ ਆ। ਉਸ ਤੋਂ ਬਾਅਦ ਸਾਡੀ ਤੀਜੀ ਕਮੇਟੀ ਆ ਜਾਂਦੀ ਆ ਸਲਾਹਕਾਰ ਕਮੇਟੀ। ਉਹ ਤਾਂ ਭਾਵੇਂ ਸਲਾਹ ਸਲੂਹ ਤਾਂ ਕੀ ਲੈਣੀ ਹੁੰਦੀ ਆ, ਵੀ ਕਹਿੰਦੇ ਅਗਲਾ ਸਰਦਾਰ ਬੰਦਾ, ਸਰਦਾਰ ਪਟੇਲ, ਵੀ ਸਰਦਾਰ ਪਟੇਲ ਬੰਦਾ, ਉਹ ਹੀ ਨਾਂ ਜਿਹਾ ਬਣ ਗਿਆ ਵੀ ਲੈ ਇਹਨੇ ਸਲਾਹ ਦਿੱਤੀ ਸੀ ਹਨਾ, ਉਹੀ ਵੀ ਟੌਰ ਜਿਹੀ ਬਣ ਜਾਂਦੀ ਅਗਲੇ ਦੀ। ਸਲਾਹਕਾਰ ਕਮੇਟੀ ਬਿਠਾ ਲਈ ਵੀ ਸਲਾਹ ਸਲੂਹ ਲੈ ਲਓ, ਵੀ ਕਿਤੇ ਕੋਈ ਗਲਤੀ ਗੁਲਤੀ ਦੀ ਗੁੰਜਾਇਸ਼ ਨਾ ਰਹਿ ਜੇ, ਇਸ ਕਰਕੇ ਇਹਨਾਂ ਨੇ ਇੱਕ ਸਲਾਹਕਾਰ, ਠੀਕ ਆ। ਠੀਕ ਆ, ਕੁਝ ਕੁ ਮੈਂਬਰ ਬਚ ਗਏ, ਉਹਦਾ ਹੈਡ ਬਣਾਤਾ ਸਰਦਾਰ ਪਟੇਲ ਨੂੰ। ਕਹਿੰਦੇ ਇਹ ਵਿਚਾਰੇ ਗੁੱਸਾ ਨਾ ਕਰ ਜਾਣ, ਇਹਨਾਂ ਨੂੰ ਕੋਈ ਕੰਮ ਕੁੰਮ ਦੇ ਦਿਓ, ਠੀਕ ਆ। ਇਸ ਕਰਕੇ ਇਹ ਹੋ ਗਈ ਸਲਾਹਕਾਰ ਕਮੇਟੀ, ਜਿਹਦਾ ਹੈਡ ਬੰਦਾ ਸੀ ਸਰਦਾਰ ਪਟੇਲ। ਉਸ ਤੋਂ ਬਾਅਦ ਆਉਂਦੀ ਆ ਚੌਥੇ ਨੰਬਰ ਦੀ ਕਮੇਟੀ, ਸੰਘੀ ਸੰਵਿਧਾਨ ਕਮੇਟੀ। ਇਹਦਾ ਹੈਡ ਬੰਦਾ ਸੀ ਪੰਡਿਤ ਨਹਿਰੂ। ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦੀ ਆ। ਸੰਘ ਦਾ ਮਤਲਬ ਕੀ ਹੁੰਦਾ ਵਾ, ਠੀਕ ਆ। ਸੰਘ ਦਾ ਮਤਲਬ ਕੀ ਹੁੰਦਾ ਵਾ? ਸਾਡੇ ਦੇਸ਼ ਵਿੱਚ ਕਿਹੜੀ ਸਰਕਾਰ ਆ? ਸੰਘੀ ਸਰਕਾਰ ਆ। ਸੰਘੀ ਸਰਕਾਰ, ਸੰਘੀ ਸਰਕਾਰ ਦਾ ਮਤਲਬ ਕੀ ਆ? ਵੀ ਇੱਕ ਸਰਕਾਰ ਸਾਡੀ ਸੈਂਟਰ ਲੈਵਲ ਤੇ ਕੰਮ ਕਰਦੀ ਆ ਤੇ ਇੱਕ ਸਰਕਾਰ ਸਾਡੀ ਸਟੇਟ ਲੈਵਲ ਤੇ ਕੰਮ ਕਰਦੀ ਆ। ਇਸੇ ਨੂੰ ਅਸੀਂ ਸੰਘੀ ਢਾਂਚਾ ਕਹਿੰਦੇ ਆ, ਠੀਕ ਹੈ। ਤੇ ਅੱਗੇ ਜਾ ਕੇ ਮੈਂ ਤੁਹਾਨੂੰ ਪੜ੍ਹਾਉਂਗੀ ਕਿ ਸਾਡੇ ਭਾਰਤ ਦੇ ਵਿੱਚ ਅਰਧ ਸੰਘੀ ਆ। ਅਰਧ ਸੰਘੀ ਕਿਉਂ? ਹੈਗਾ ਤਾਂ ਸੰਘੀ ਆ, ਪਰ ਅਰਧ ਸੰਘੀ ਢਾਂਚਾ ਕੰਮ ਕਰਦਾ। ਕਿਉਂ ਕੰਮ ਕਰਦਾ? ਕਿਉਂਕਿ ਸਾਡੇ ਸਟੇਟ ਦੇ ਮੁਕਾਬਲੇ ਸੈਂਟਰ ਸਰਕਾਰ ਕੀ ਆ, ਜ਼ਿਆਦਾ ਪਾਵਰਫੁਲ ਆ, ਵੀ ਜ਼ਿਆਦਾ ਤਾਕਤ, ਜ਼ਿਆਦਾ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸੈਂਟਰ ਲੈਵਲ ਦੀ ਹੁੰਦੀ ਆ। ਜੇ ਸੈਂਟਰ ਲੈਵਲ ਨੇ ਕੋਈ ਲਾਅ ਕੱਢਤਾ, ਕੋਈ ਲਾਅ ਪਾਸ ਕਰਤਾ, ਕੁਝ ਥੋਪਤਾ, ਤਾਂ ਸਟੇਟ ਵਾਲਿਆਂ ਨੂੰ ਕਰਨਾ ਹੀ ਪੈਣਾ, ਠੀਕ ਹੈ। ਕਰਨਾ ਹੀ ਪੈਣਾ, ਚਾਹੇ ਉਹ ਐਗਰੀ ਹੋਣ ਚਾਹੇ ਨਾ, ਠੀਕ ਆ। ਕਹਿਣ ਦਾ ਭਾਵ ਇਹ ਵੀ ਸੈਂਟਰ ਸਰਕਾਰ ਸਾਡੇ ਭਾਰਤ ਦੇ ਵਿੱਚ ਜ਼ਿਆਦਾ ਪਾਵਰਫੁਲ ਆ ਤੇ ਇਸੇ ਕਰਕੇ ਇਹਨੂੰ ਅਸੀਂ ਅਰਧ ਸੰਘੀ ਕਹਿੰਦੇ ਆ। ਚਲੋ ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਪਰ ਜਦੋਂ ਅਸੀਂ ਸੰਘੀ ਸੰਵਿਧਾਨ ਕਮੇਟੀ ਦੀ ਗੱਲ ਕਰਦੇ ਆ, ਇਹਦਾ ਮਤਲਬ ਇਹ ਆ ਵੀ ਸਾਡੇ ਦੇਸ਼ ਵਿੱਚ ਜਿਹੜੀ ਸਰਕਾਰ ਆ ਉਹ 2 ਲੈਵਲ ਤੇ ਕੰਮ ਕਰੂਗੀ। ਇਹਦਾ ਹੈਡ ਬੰਦਾ ਸੀ
ਪੰਡਿਤ ਨਹਿਰੂ, ਇਹਦੇ ਨਾਲ ਹੀ ਇੱਕ ਤਾਂ ਇਹ ਕਮੇਟੀ ਹੋ ਗਈ। ਫਿਰ ਇਹਨਾਂ ਨੇ ਸੰਘ ਦੀਆਂ ਕੁਝ ਸ਼ਕਤੀਆਂ ਵੰਡਤੀਆਂ, ਠੀਕ ਆ, ਸੰਘ ਦੀਆਂ ਸ਼ਕਤੀਆਂ ਦੀ ਕਮੇਟੀ, ਯਾਨੀ ਕਿ ਉਹਨਾਂ ਨੂੰ ਕੀ ਪਾਵਰ ਦਿੱਤੀਆਂ ਜਾਣਗੀਆਂ। ਜੇ ਸਰਕਾਰ 2 ਲੈਵਲ ਤੇ ਕੰਮ ਕਰੂਗੀ ਤਾਂ ਕਿਹੜੀਆਂ ਸ਼ਕਤੀਆਂ ਸੈਂਟਰ ਨੂੰ ਦਿੱਤੀਆਂ ਜਾਣਗੀਆਂ, ਕਿਹੜੀਆਂ ਸ਼ਕਤੀਆਂ ਸਟੇਟ ਨੂੰ ਦਿੱਤੀਆਂ ਜਾਣਗੀਆਂ। ਉਹਦੇ ਬਦਲੇ ਵੀ ਇਹਨਾਂ ਨੇ ਇੱਕ ਕਮੇਟੀ ਬਣਾਤੀ। ਫਿਰ ਉਹਦਾ ਵੀ ਹੈਡ ਇਹਨਾਂ ਦੇ ਪੰਡਿਤ ਨਹਿਰੂ ਨੂੰ ਹੀ ਬਣਾਤਾ, ਜਵਾਹਰ ਲਾਲ ਨਹਿਰੂ ਨੂੰ ਬਣਾਤਾ। ਸੰਘੀ ਦੋਹਾਂ ਕਮੇਟੀਆਂ ਦਾ ਪ੍ਰਧਾਨ ਪੰਡਿਤ ਨਹਿਰੂ, ਠੀਕ ਹੈ। ਲਾਸਟ ਕਮੇਟੀ ਪ੍ਰਾਂਤਕ ਸੰਵਿਧਾਨਕ ਕਮੇਟੀ, ਇਹਦਾ ਹੈਡ ਵੀ ਸਰਦਾਰ ਪਟੇਲ ਲੈ। ਅਸੀਂ 7 ਕਮੇਟੀਆਂ ਪੜ੍ਹ ਲੀਆਂ, 7 ਕਮੇਟੀਆਂ ਵੀ ਲੈ, ਯਕੀਨ ਨਹੀਂ ਹੁੰਦਾ। ਡਰਾਫਟਿੰਗ ਕਮੇਟੀ ਤੇ ਸਾਨੂੰ ਐ ਹੀ ਆਉਣ ਲੱਗ ਗਈ, ਠੀਕ ਆ। ਨਿਯਮਾਂ ਸੰਬੰਧੀ ਕਮੇਟੀ ਡਾਕਟਰ ਰਜਿੰਦਰ ਪ੍ਰਸਾਦ, ਸਲਾਹਕਾਰ ਕਮੇਟੀ ਤੇ ਪ੍ਰਾਂਤਕ ਸੰਵਿਧਾਨਕ ਕਮੇਟੀ ਸਰਦਾਰ ਪਟੇਲ, ਠੀਕ ਹੈ। 2-2 ਕਰਕੇ ਆਹ 2 ਕਮੇਟੀਆਂ ਪ੍ਰਧਾਨ ਸਰਦਾਰ ਪਟੇਲ ਤੇ ਆਹ 2 ਕਮੇਟੀਆਂ ਪ੍ਰਧਾਨ ਪੰਡਿਤ ਨਹਿਰੂ, ਠੀਕ ਆ। ਤੇ ਆਪਾਂ 22 ਕਮੇਟੀਆਂ ਦੇ ਵਿੱਚੋਂ 7 ਕਮੇਟੀਆਂ ਪੜ੍ਹ ਲੀਆਂ। ਇਹੋ ਹੀ ਕਮੇਟੀਆਂ ਕੀ ਸੀ ਸਾਡੇ ਲਈ ਇੰਪੋਰਟੈਂਟ ਸੀ। ਫਾਈਨਲੀ ਕੀ ਸਾਡਾ ਸੰਵਿਧਾਨ ਹੋ ਗਿਆ ਤਿਆਰ। ਕਿਹੜੀ ਤਰੀਕ ਨੂੰ? 26 ਨਵੰਬਰ 1949 ਸਾਡਾ ਸੰਵਿਧਾਨ ਹੋ ਗਿਆ ਬਣ ਕੇ ਤਿਆਰ। ਤੇ ਇੱਥੋਂ ਸਾਡੀ ਭਾਰਤੀ ਪੋਲੀਟੀਕਲ ਦੀ ਹੋਣੀ ਆ ਅਸਲੀ ਸ਼ੁਰੂਆਤ। ਤੇ ਆਪਾਂ ਫਿਰ ਮਿਲਦੇ ਆ ਅਗਲੀ ਕਲਾਸ ਦੇ ਵਿੱਚ। ਤੇ ਜਿਹਨੂੰ ਕਲਾਸ ਵਧੀਆ ਲੱਗੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ। ਜਿੰਨੇ ਵੀ ਸਾਥੀ ਜੁੜੇ ਹੋ, ਅਜੇ ਤਾਂ ਬਹੁਤ ਥੋੜੇ ਜੁੜੇ ਆ, ਯਾਨੀ ਕਿ ਅਜੇ ਤਾਂ ਆਪਣੀ ਸ਼ੁਰੂਆਤ ਆ, ਠੀਕ ਆ। ਪਰ ਜਿੰਨੇ ਵੀ ਤੁਸੀਂ ਜੁੜੇ ਹੋ ਮੇਰੇ ਨਾਲ, ਮੇਰੀ ਥਿਊਰੀ ਤੁਹਾਨੂੰ ਵਧੀਆ ਲੱਗਦੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ। ਇਹਦੇ ਨਾਲ ਕੀ ਹੁੰਦਾ ਵਾ ਵੀ ਮੈਨੂੰ ਐਪਰੀਸ਼ੀਏਸ਼ਨ ਮਿਲ ਜਾਂਦੀ ਆ ਤੇ ਹੋ ਸਕਦਾ ਤੁਸੀਂ ਤੁਹਾਡੇ ਕਮੈਂਟ ਕਰਨਾ ਮੈਂ ਇਹ ਤੋਂ ਵੀ ਵਧੀਆ ਕਰਾਵਾਂ, ਠੀਕ ਆ। ਸੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ।